हेलो दोस्तों, कैसे हो? उम्मीद करता हूँ बढ़िया होंगे। एक और नवी वीडियो का स्वागत करते हैं। और जमात 8वीं ਲਈ ਸਮਾਜਿਕ ਸਿੱਖਿਆ ਦਾ ਪੇਪਰ ਲੈ ਕੇ ਆ ਚੁੱਕੇ ਹਾਂ, ਜੋ ਕਿ ਤੁਹਾਡੇ ਐਗਜ਼ਾਮ ਦੇ ਵਿੱਚ ਹੋਣ ਜਾ ਰਿਹਾ ਹੈ। ਸਮਾਂ ਮਿਲੇਗਾ 3 ਘੰਟੇ ਦਾ, ਕੁੱਲ ਅੰਕ 70। ਚਲੋ ਕੁਐਸਚਨ ਦੇ ਵੱਲ ਚੱਲਦੇ ਹਾਂ। ਪਹਿਲਾ ਕੁਐਸਚਨ ਹੈ, ਕਿਹੜਾ ਜੋੜਾ ਕੁਦਰਤੀ ਸਾਧਨ ਨਹੀਂ ਹੈ? ਊੜਾ ਮਿੱਟੀ ਤੋਂ ਭੂਮੀ, ਐੜਾ ਜਲ ਅਤੇ ਖਣਿਜ, ਈੜੀ ਮਨੁੱਖ ਅਤੇ ਜਲ, ਸੱਸਾ ਰੇਡੀਓ ਅਤੇ ਟੀਵੀ। ਇਹਦਾ ਸਹੀ ਆਨਸਰ ਹੋ ਜਾਏਗਾ ਸੱਸਾ ਰੇਡੀਓ ਅਤੇ ਟੀਵੀ। ਦੂਜਾ ਕੁਐਸਚਨ ਹੈ, ਕਿਹੜਾ ਜਲ ਦਾ ਕੁਦਰਤ ਸਰੋਤ ਨਹੀਂ ਹੈ? ਇਹਦਾ ਸਹੀ ਆਨਸਰ ਹੋ ਜਾਏਗਾ ਐੜਾ ਪਾਣੀ ਵਾਲੀ ਟੈਂਕੀ। ਤੀਜਾ ਕੁਐਸਚਨ ਹੈ, ਕਿਹੜੀ ਫਸਲ ਅਨਾਜ ਨਹੀਂ ਹੈ? ਝੋਨਾ, ਕਣਕ, ਮੱਕੀ ਜਾਂ ਪਟਾਸ। ਇਹਦਾ ਸਹੀ ਆंसर ਹੋਏਗਾ ईडी। और चौथा क्वेश्चन है, केड़ी आपस कुदरती है? इसका सही आंसर हो जाएगा ऊड़ा। पंजवा क्वेश्चन, केड़ा तत्त ऊर्जा दा साधन नहीं है? पंजवें का आंसर हो जाएगा सस्सा लोया। छेवां, केड़ी किस्म दा कोला सब तो वधिया हुंदा है? इसका सही आंसर हो जाएगा ईडी। सतवां क्वेश्चन, केड़ा साधन इतिहास दा अजोका साधन नहीं है? इसका हो जाएगा ईडी। अठवां क्वेश्चन, बिरखा मुंडा ने केड़े इलाकों विच विरोध आरंभ कीती? इसका आंसर हो जाएगा एड़ा छोटा नागपुर। नौवां, केड़े सन 1897 के विरोध नाल संबंध नहीं है? इनका हो जाएगा ईडी। 10वां क्वेश्चन है, केड़ा भारतीय सुधारनी लहर का हिस्सा नहीं है? इनका सही आंसर हो जाएगा सस्सा ए ओ हिनू। 10वां क्वेश्चन है। 11वां क्वेश्चन है, सतशुद्ध स्ट्राइक की स्थापना किस ने की थी? इनका आंसर हो जाएगा एड़ा। 12वां क्वेश्चन है, सैयदनाब केड़े शहर का पुराना नाम है? इनका सही आंसर हो जाएगा सस्सा दिल्ली। 13वां क्वेश्चन, भारत का संविधान किस मिति ਨੂੰ ਤਿਆਰ ਹੋਇਆ ਹੈ? ਇਹਦਾ ਸਹੀ ਆਨਸਰ ਹੈ ਐੜਾ 26 ਨਵੰਬਰ 1949 ਵਿੱਚ। 14ਵਾਂ क्वेश्चन, ਸੰਵਿਧਾਨ ਨੇ ਅਨੁਛੇਦ 14 ਤੋਂ 32 ਤੱਕ ਕਿਹੜੇ ਵਿਸ਼ੇ ਬਾਰੇ ਹਨ? ਇਹਦਾ ਸਹੀ ਆਨਸਰ ਹੋ ਜਾਏਗਾ ਊੜਾ। ਭਾਰਤ ਵਿੱਚ ਜੋਤੀ ਹੀ ਸਭ ਤੋਂ ਜਮਾਤ ਹੈ, ਇਹ ਸ਼ਬਦ ਕਿਸ ਨੂੰ ਕਹੇ? ਇਹਦਾ ਸਹੀ ਆਨਸਰ ਹੋਗਾ ਈੜੀ ਜੈ ਰਾਮ ਨਾਰਾਇਣ। ਭਾਗ ਐੜਾ ਖਾਲੀ ਥੰਮ। ਖੁੰਝ ਰਤੂ ਤੇ ਕੰਡੇਦਾਰ ਝਾੜੀ ਡੈਸ਼ ਕਿਸਮ ਦੀ ਬਨਸਪਤੀ ਦੇ ਬੂਟੇ ਹਨ? ਮਾਰੂਥਲੀ ਮਾਰੂਥਲੀ। ਦੂਜਾ ਕੁਐਸਚਨ ਹੈ, ਰੇਸ਼ੇਦਾਰ ਫਸਲਾਂ ਦੀਆਂ ਦੋ ਕਿਸਮ ਕਪਾਹ ਅਤੇ ਡੈਸ਼ ਹਨ? ਪਟਸਨ। ਤੀਜੀ ਖਾਲੀ ਥਾਂ ਹੈ, ਚਾਹ ਅਤੇ ਕੌਫੀ ਦੇ ਖੇਤੀ ਲਈ ਪੱਧਰੀ ਧਾਤ ਦੀ ਲੋੜ ਹੁੰਦੀ ਹੈ, ਕਥਨ ਸਹੀ ਹੈ ਜਾਂ ਗਲਤ? ਇਹਦਾ ਹੋ ਜਾਏਗਾ ਗਲਤ। ਹੜ੍ਹ, ਚੱਕਰਵਾਤ ਦੇ ਤੂਫਾਨ ਕੁਦਰਤੀ ਆਫਤਾਂ ਦੀਆਂ ਕਿਸਮਾਂ ਹਨ, ਕਥਨ ਸਹੀ ਹੈ ਜਾਂ ਗਲਤ? ਇਹਦਾ ਹੋ ਜਾਏਗਾ ਸਹੀ। ਔਰ ਤੀਜਾ ਕੁਐਸਚਨ ਹੈ, ਇਹਨਾਂ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ। ਹਰ ਪ੍ਰਸ਼ਨ 2 ਅੰਕ ਦਾ ਹੈ। ਪਹਿਲਾ, ਪ੍ਰਵਾਸੀ ਪੰਛੀ ਕਿਹੜੇ ਹੁੰਦੇ ਹਨ? ਇਹ ਕਿੱਥੇ
ਇਹ ਕਿੱਥੇ ਦੋ ਸਥਾਨ ਦੱਸੋ। ਪਹਿਲੇ ਦੇ ਉੱਤਰ, ਜਿਹੜੇ ਪੰਛੀ ਸਰਦੀਆਂ ਦੇ ਮੌਸਮ ਵਿੱਚ ਠੰਡੇ ਦੇਸ਼ ਤੋਂ ਭਾਰਤ ਆਉਂਦੇ ਹਨ ਉਹਨਾਂ ਨੂੰ ਪ੍ਰਵਾਸੀ ਪੰਛੀ ਆਖਦੇ ਹਨ। ਇਹ ਸਾਈਬੇਰੀਆ ਤੇ ਚੀਨ ਤੋਂ ਆਉਂਦੇ ਹਨ। ਦੂਜਾ ਕੁਐਸਚਨ ਹੈ, ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ, ਕੋਈ ਦੋ ਸਥਾਨ ਦੱਸੋ। ਭਾਰਤ ਵਿੱਚ ਕੱਚਾ ਲੋਹਾ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਤਾਮਿਲਨਾਡੂ ਆਦਿ ਮਿਲਦਾ ਹੈ। ਔਰ ਚੌਥਾ ਕੁਐਸਚਨ ਹੈ, ਹੇਠਾਂ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ। ਇਹ ਵੀ ਦੇਣਾ ਕਰਵਾ। ਦਰਿਆਵਾਂ ਅਤੇ ਨਹਿਰਾਂ ਦੇ ਕੋਈ 3 ਲਾਭ ਲਿਖੋ, ਜਾਂ ਫਿਰ ਪੌਣ ਬਿਜਲੀ ਉਤਪਾਦਨ ਲਈ ਲੋੜੀਂਦੇ ਕੋਈ 3 ਤੱਤਾਂ ਦੇ ਨਾਂ, ਤੱਤਾਂ ਦਾ ਵਰਣਨ ਕਰੋ। ਇਹਦਾ ਆਨਸਰ ਹੋ ਜਾਏਗਾ, ਮਨੁੱਖੀ ਸਭਿਅਤਾ ਦੇ ਵਿਕਾਸ ਵਿੱਚ ਦਰਿਆਵਾਂ ਅਤੇ ਨਦੀਆਂ ਦੀ ਆਰੰਭ ਤੋਂ ਹੀ ਮਹੱਤਵਪੂਰਨ ਭੂਮਿਕਾ ਰਹੀ ਹੈ। ਮਨੁੱਖ ਦੇ ਆਰੰਭ ਤੋਂ ਹੀ ਆਪਣੇ ਨਿਵਾਸ ਸਥਾਨ ਨਦੀਆਂ ਦੇ ਆਲੇ ਦੁਆਲੇ ਹੀ ਬਣਾਏ ਸਨ ਤਾਂ ਕਿ ਉਸ ਨੂੰ ਪਾਣੀ ਪ੍ਰਾਪਤੀ ਹੁੰਦੇ ਰਹੇ। ਕਈ ਥਾਵਾਂ 'ਤੇ ਮਨੁੱਖ ਨੇ ਨਦੀਆਂ 'ਤੇ ਬੰਨ੍ਹ ਕੇ ਆਪਣੇ ਵੱਲ ਲਾਭ ਲਈ ਨਹਿਰਾਂ ਕੱਢੀਆਂ ਹਨ। ਇਹਨਾਂ ਨਹਿਰਾਂ ਦੇ ਪਾਣੀ ਦਾ ਉਪਯੋਗ ਸਿੰਚਾਈ ਅਤੇ ਮਨੁੱਖ ਦੇ ਹੋਰ ਉਪਯੋਗਾਂ ਲਈ ਕੀਤਾ ਜਾਂਦਾ ਹੈ। ਸਿੰਚਾਈ ਸਾਧਨ ਦਾ ਵਿਸਤਾਰ ਨਾਲ ਖੇਤੀ ਵਿੱਚ ਇੱਕ ਕ੍ਰਾਂਤੀ ਆ ਗਈ ਹੈ। ਦੂਜਾ ਕੁਐਸਚਨ ਹੈ, ਸੋਕੇ ਤੋਂ ਬਚਾਉਣ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ, ਕੋਈ 3 ਦਾ ਵਰਣਨ ਕਰੋ। ਜਾਂ ਫਿਰ ਮੁੱਕਣਯੋਗ ਸਾਧਨਾਂ ਨੂੰ ਸਮਝਾਉਣ ਨਾਲ ਵਰਤੇ ਜਾਣ ਦੀ ਲੋੜ ਕਿਉਂ ਹੈ। ਇਹ ਵੀ ਦਿੰਦੇ ਆ ਕਰਾ ਕੁਐਸਚਨ। ਹਾਂਜੀ, ਸੋਕੇ ਦੇ ਬਚਤ ਲਈ ਕਦਮ ਉਠਾਏ ਜਾ ਸਕਦੇ ਹਨ। ਪਹਿਲਾ ਹੈ, ਪਾਣੀ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ। ਦੂਜਾ, ਸੋਕਾ ਇਲਾਕਿਆਂ ਵਿੱਚ ਵਧੇਰੇ ਦਰੱਖਤ ਲਾਉਣੇ ਚਾਹੀਦੇ ਹਨ। ਤੀਜਾ ਪੁਆਇੰਟ ਹੈ, ਸੋਕੇ ਵਾਲੇ ਇਲਾਕਿਆਂ ਵਿੱਚ ਉਹ ਫਸਲਾਂ ਲਗਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਘੱਟ ਪਾਣੀ ਦੀ ਲੋੜ ਹੁੰਦੀ ਹੈ। ਚੌਥਾ ਪੁਆਇੰਟ, ਸੋਕੇ ਅਤੇ ਇਲਾਕਿਆਂ ਵਿੱਚ ਸਰਕਾਰ ਨੂੰ ਵਰਖਾ ਦੇ ਪਾਣੀ ਤਲਾਬਾਂ ਵਿੱਚ ਸਟੋਰ ਕਰਕੇ ਰੱਖਣਾ ਚਾਹੀਦਾ ਹੈ। ਪੰਜਵਾਂ ਪੁਆਇੰਟ, ਸੋਕੇ ਵਾਲੇ ਇਲਾਕਿਆਂ ਵਿੱਚ ਇਸ ਸਮੱਸਿਆ ਨਾਲ ਲਈ ਸਰਕਾਰ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਪੰਜਵਾਂ ਕੁਐਸਚਨ ਹੈ, ਇਹਨਾਂ 10 ਸਥਾਨਾਂ ਵਿੱਚੋਂ ਕੋਈ 7 ਭਾਰਤ ਕੇ ਨਕਸ਼ੇ ਵਿੱਚ ਅੰਕਿਤ ਕਰੋ। ਪਹਿਲਾ, ਕਾਲੀ ਮਿੱਟੀ ਵਾਲਾ ਇੱਕ ਪ੍ਰਾਂਤ। ਦੂਜਾ, ਦੱਖਣੀ ਭਾਰਤ ਦਾ ਚਾਹ ਉਤਪਾਦਨ ਇਲਾਕਾ। ਤੀਜਾ, ਸੋਨਾ ਉਤਪਾਦਨ ਦਾ ਇੱਕ ਸਥਾਨ। ਚੌਥਾ ਹੈ, ਬਟਾਲਾ ਸ਼ਹਿਰ ਦੀ ਸਥਿਤੀ। ਪੰਜਵਾਂ, ਰਾਜਸਥਾਨ ਵਿੱਚ ਆਰੰਭ ਉਤਪਾਦਨ ਇਲਾਕਾ। ਛੇਵਾਂ, ਬ੍ਰਹਮਪੁੱਤਰ ਦਰਿਆ। ਸੱਤਵਾਂ, ਜਿਹੀ ਬਨਸਪਤੀ ਦਾ ਇੱਕ ਇਲਾਕਾ। ਅੱਠਵਾਂ, ਛੱਤੀਸਗੜ੍ਹ ਪ੍ਰਾਂਤ। ਨੌਵਾਂ, ਬਿਹਾਰ ਦੀ ਸਥਿਤੀ। 10ਵਾਂ, ਭਾਖੜਾ ਡੈਮ ਦਾ। ਦੋਸਤੋ, ਇਹ ਤੁਸੀਂ ਉੱਥੇ ਨਕਸ਼ੇ 'ਚ ਭਰਨਾ ਹੈ। ਇਹਦੇ ਵਿੱਚ ਕੋਈ 7 ਰਾਜ। ਚਲਦੇ ਹਾਂ 6ਵੇਂ ਕੁਐਸਚਨ ਦੇ ਵੱਲ। ਭਾਗ ਈੜੀ ਇਤਿਹਾਸ। 6ਵਾਂ ਪ੍ਰਸ਼ਨ, ਇਹਨਾਂ ਵਸਤੂ ਪ੍ਰਸ਼ਨਾਂ ਦੇ ਉੱਤਰ ਘੱਟੋ ਘੱਟ ਸ਼ਬਦਾਂ ਵਿੱਚ ਦਿਓ। ਪਹਿਲਾ ਕੁਐਸਚਨ ਹੈ, ਹੈਕਟਰ ਭੂਮੀ ਦਾ ਰਕਬਾ ਨੇਪਾਲ ਦੀ ਇਕਾਈ ਹੈ। ਕਥਨ ਸਹੀ ਹੈ ਜਾਂ ਗਲਤ। ਇਹਦਾ ਹੋ ਜਾਏਗਾ ਸਹੀ। ਦੂਜਾ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਸੰਨ 1915 ਵਿੱਚ ਹੋਈ। ਕਥਨ ਇਹ ਸਹੀ ਹੈ ਜਾਂ ਇਹਦਾ ਆ ਜਾਏਗਾ ਗਲਤ। ਤੀਜਾ ਕੁਐਸਚਨ ਹੈ, ਰਾਜਾ ਰਾਮ ਮੋਹਨ ਰਾਏ ਨੇ ਯਤਨਾ ਸਦਕ ਸੰਨ 1829 ਈਸਵੀ ਡੈਸ਼
ਪ੍ਰਥਾ ਬੰਦ ਹੋਈ। ਇਹਦਾ ਆ ਜਾਏਗਾ 36। ਚੌਥਾ ਕੁਐਸਚਨ, ਸੰਨ 1843 ਵਿੱਚ ਕਾਨੂੰਨ ਬਣਾ ਕੇ ਡੈਸ਼ ਪ੍ਰਥਾ ਬੰਦ ਕੀਤੀ ਗਈ। ਦਾਸ਼। ਇਹਦਾ ਆ ਜਾਏਗਾ ਦਾਸ਼। ਸੱਤਵਾਂ ਕੁਐਸਚਨ, ਇਹਨਾਂ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ। ਹਰ ਪ੍ਰਸ਼ਨ 2 ਅੰਕ ਦਾ ਹੋਵੇਗਾ। ਔਰ ਪਹਿਲਾ, ਗਾਂਧੀ ਜੀ ਨੇ ਕਥਨੀ ਨੀਵੀਂ ਜਾਤੀ ਦੇ ਲੋਕਾਂ ਲਈ ਕਿਹੜਾ ਪਲਰਜ ਵਰਤਿਆ ਤੇ ਉਸ ਤੋਂ ਕੀ ਭਾਵ ਹੈ? ਇਹ ਵੀ ਦੇਣਾ ਕਰਵਾ ਕੁਐਸਚਨ। ਆਨਸਰ ਹੈ ਮਹਾਤਮਾ ਗਾਂਧੀ ਨੇ ਨਵੀਂ ਜਾਤੀ ਦੇ ਲੋਕਾਂ ਲਈ ਸ਼ਬਦਾਂ ਦਾ ਉਪਯੋਗ ਕੀਤਾ। ਭਾਵ ਹੈ ਪਰਮਾਤਮਾ ਦੇ ਬੱਚੇ। ਦੂਜਾ ਕੁਐਸਚਨ ਹੈ, ਭਾਰਤ ਵਿੱਚ ਸਿਵਲ ਸੇਵਾ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਸਿਵਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ ਨੂੰ ਕਿਹਾ ਜਾਂਦਾ ਸੀ। 8ਵਾਂ ਕੁਐਸਚਨ, ਹੇਠਾਂ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਉੱਤਰ 50-60 ਸ਼ਬਦਾਂ ਵਿੱਚ ਦਿਓ। ਰੈਗੂਲੇਟ ਐਕਟ ਤੋਂ ਕੀ ਭਾਵ ਹੈ? ਵਿਸਤਾਰਕ ਸਹਿਤ ਲਿਖੋ। ਜਾਂ 19ਵੀਂ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਤੋਂ ਕੀ ਜਾਣੋ। ਇਹ ਵੀ ਦਿੰਦੇ ਆ ਕਰਵਾ। ਹਾਂਜੀ, ਪਹਿਲਾ ਹੈ ਅੰਗਰੇਜ਼ਾਂ ਈਸਟ ਕੰਪਨੀ ਨੇ 1773 ਈਸਵੀ ਵਿੱਚ ਇਹ ਐਕਟ ਪਾਸ ਕੀਤਾ। ਇਹਦਾ ਪਹਿਲਾ ਪੁਆਇੰਟ ਹੈ ਬੰਗਾਲ ਵਿੱਚ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਕਸ਼ੋਲ ਸਥਾਪਨਾ ਕੀਤੀ ਗਈ। ਦੂਜਾ, ਇਸ ਨੂੰ ਪ੍ਰਸ਼ਾਸਨ ਪ੍ਰਬੰਧ ਦੇ ਫੈਸਲੇ ਕਰਨ ਦਾ ਅਧਿਕਾਰ ਦਿੱਤਾ ਗਿਆ। ਤੀਜਾ, ਇਸ ਨੂੰ ਅਤੇ ਮਰਾਦਰਸ ਦੀਆਂ ਸਰਕਾਰਾਂ ਉੱਤੇ ਕੰਟਰੋਲ ਰੱਖਣ ਦਾ ਵੀ ਅਧਿਕਾਰ ਦਿੱਤਾ ਗਿਆ ਹੈ। ਹਾਂਜੀ, ਦੂਜਾ ਵੀ ਕਰਵਾ ਦਿੰਦੇ ਹਾਂ। 19ਵੀਂ ਸਦੀ ਵਿੱਚ ਇਸਤਰੀਆਂ ਦੀ ਹਾਲਤ ਤਰਸਯੋਗ ਸੀ। ਉਸ ਸਮੇਂ ਸਤੀ ਪ੍ਰਥਾ, ਲੜਕੀਆਂ ਦੀ ਹੱਤਿਆ, ਪਰਦਾ ਪ੍ਰਥਾ ਤੇ ਗੁਲਾਮੀ ਵਰਗੀਆਂ ਸੀ। ਦੂਜਾ ਕੁਐਸਚਨ ਹੈ ਪਸਾਲੀ ਦੀ ਲੜਾਈ ਤੇ ਇੱਕ ਨੋਟ ਲਿਖੋ। ਜਾਂ ਸੰਨ 1897 ਦੇ ਵਿਰੋਧ ਦੀ ਅਸਫਲਤਾ ਤੋਂ ਕੀ ਕਾਰਨ ਹੈ? ਇਹ ਵੀ ਪਲਸਟਰ ਦੀ ਲੜਾਈ 23 ਜੂਨ 1997 ਈਸਵੀ ਨੂੰ ਹੋਈ। ਇਹਦਾ ਪਹਿਲਾ ਪੁਆਇੰਟ ਹੈ ਇਹ ਅੰਗਰੇਜ਼ਾਂ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਿਵਾਸ ਵਿਚਕਾਰ ਲੜਿਆ ਗਿਆ। ਦੂਜਾ, ਇਸ ਲੜਾਈ ਵਿੱਚ ਬੰਗਾਲ ਦਾ ਨਵਾਬ ਹਾਰ ਗਿਆ। ਤੀਜਾ, ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ। ਚੌਥਾ ਹੈ ਅੰਗਰੇਜ਼ਾਂ ਲਈ ਭਾਰਤ ਦੀ ਜਿੱਤ ਤੇ ਹਾਰ ਖੁੱਲ੍ਹ ਗਏ। ਤੀਜਾ ਕੁਐਸਚਨ ਹੈ ਅਖਬਾਰਾਂ ਤੇ ਰਸਾਲੇ ਸਾਹਿਤ ਦੀ ਰਚਨਾ ਲਈ ਸਹਾਇਕ ਕਿਵੇਂ ਹਨ? ਜਾਂ ਪੱਛਮੀ ਸਿੱਖਿਆ ਪ੍ਰਬੰਧ ਦੇ ਭਾਰਤ 'ਤੇ ਕੀ ਅਸਰ ਪਿਆ? ਹਾਂਜੀ ਦੋਸਤੋ, ਇਹ ਵੀ ਦੇਣੇ ਆ ਕਰਾ। ਵਿਧਾਨ ਕਾਲ ਵਿੱਚ ਭਾਰਤ ਵਿੱਚ ਭਿੰਨ ਭਾਸ਼ਾਵਾਂ ਵਿੱਚ ਬਹੁਤ ਸਾਰੀਆਂ ਅਖਬਾਰਾਂ ਅਤੇ ਰਸਾਲੇ ਛਪਾਏ ਗਏ ਹਨ। ਇਹਨਾਂ ਵਿੱਚੋਂ ਦਾ ਆਫ ਇੰਡੀਆ ਆਦਿ ਅਖਬਾਰਾਂ ਅੱਜ ਵੀ ਛਪਦੀਆਂ ਹਨ। ਇਹ ਅਖਬਾਰਾਂ ਅਤੇ ਰਸਾਲਿਆਂ ਸਾਨੂੰ ਅਧੀਨ ਕਾਲ ਦੀਆਂ ਕੋਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੰਦੇ ਹਨ। ਹਾਂਜੀ ਦੋਸਤੋ, ਦੂਜਾ ਵੀ ਦੇਣੇ ਆ ਕਰਵਾ। ਇਹਦਾ ਪਹਿਲਾ ਪੁਆਇੰਟ ਹੈ ਇਸ ਨਾਲ ਭਾਰਤ ਵਿੱਚ ਕਲਕੀ ਸੱਭਿਆਚਾਰ ਉਤਪਾਦਨ ਹੋਏ। ਲੋਕਾਂ ਵਿੱਚ ਅੰਧ ਵਿਸ਼ਵਾਸ ਖਤਮ ਹੋ ਗਿਆ। ਤੀਜਾ, ਦੂਸਰੇ ਦੇਸ਼ਾਂ ਦਾ ਇਤਿਹਾਸ ਪੜ੍ਹ ਕੇ ਭਾਰਤੀ ਆਜ਼ਾਦੀ ਪ੍ਰਾਪਤ ਕਰਨ ਲਈ ਜਾਗਰੂਕ ਹੋਏ। ਹਾਂਜੀ ਦੋਸਤੋ, ਚੌਥਾ ਹੈ ਨੀਲ ਵਿਰੋਧ ਤੇ ਇੱਕ ਨੋਟ ਲਿਖੋ। ਜਾਂ ਨਾਮਧਾਰੀ ਲਹਿਰ ਕਦੋਂ ਤੇ ਕਿੱਥੇ ਕਿਸ ਨੇ ਚਲਾਈ ਸੀ? ਇਹ ਵੀ ਦੇਣੇ ਆ ਕਰਵਾ ਕੁਛ। ਦੋਸਤੋ, ਨੀਲ ਵਿਰੋਧ ਬੰਗਾਲ ਅਤੇ ਬਿਹਾਰ ਵਿੱਚ ਹੋਇਆ। ਪਹਿਲਾ ਪੁਆਇੰਟ ਇਹ 1858 ਤੋਂ 1860 ਈਸਵੀ ਤੱਕ ਹੋਇਆ। ਦੂਜਾ ਪੁਆਇੰਟ ਕਿਸਾਨਾਂ ਨੇ ਇਹ ਨੀਲ ਦੇ ਖੇਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਤੀਜਾ ਪੁਆਇੰਟ ਕਿਸਾਨਾਂ ਨੂੰ ਧਮਕੀ ਦੇ ਕੇ ਅੰਦੋਲਨ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਚੌਥਾ ਪੁਆਇੰਟ ਨੀਲ ਕਸ਼ਟ ਉਦੋਂ ਤੱਕ ਜਾਰੀ ਰਿਹਾ ਜਦੋਂ
ਵੀਹਵੀਂ ਸਦੀ ਦੇ ਆਰੰਭ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਕਿਸਾਨਾਂ ਦੇ ਪੱਖ ਵਿੱਚ ਸਮਰਥਨ ਦਿੱਤਾ। ਹਾਂਜੀ ਦੋਸਤੋ, ਭਾਗ ਨੰਬਰ ਸੱਸਾ। ਪਹਿਲਾ ਕੁਐਸਚਨ ਹੈ, ਪ੍ਰਬੰਧ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਹੈ ਕਥਨ ਸਹੀ ਹੈ ਜਾਂ ਗਲਤ? ਇਹਦਾ ਆ ਜਾਏਗਾ ਗਲਤ। ਦੂਜਾ, ਸਿੱਖਿਆ ਦਾ ਹੱਕ ਮੌਲਿਕ ਅਧੀਨ ਹੈ, ਇਹਦਾ ਆ ਜਾਏਗਾ ਸਹੀ। ਤੀਜਾ, ਵਿੱਤ ਬਿੱਲ ਸਿਰਫ ਡੈਸ਼ ਸਦਨ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ, ਹੇਠਲੇ। ਹਾਂਜੀ, ਚੌਥਾ ਹੈ, ਡੈਸ਼ ਭਾਰਤ ਦੇ ਰਾਸ਼ਟਰਪਤੀ ਸਨ? ਡਾਕਟਰ ਰਾਜਿੰਦਰ ਪ੍ਰਸਾਦ। ਰਾਜਿੰਦਰ ਪ੍ਰਸਾਦ। ਹਾਂਜੀ, 10ਵਾਂ ਕੁਐਸਚਨ, ਇਹਨਾਂ ਦੇ ਸੰਖੇਪ ਉੱਤਰ ਦਿਓ। ਹਰ ਪ੍ਰਸ਼ਨ 2 ਅੰਕ ਦਾ ਹੈ। ਕਾਨੂੰਨ ਦਾ ਕੀ ਮਤਲਬ ਹੁੰਦਾ ਹੈ? ਹਾਂਜੀ, ਕਾਨੂੰਨ ਦੇਸ਼ ਵਿੱਚ ਸ਼ਾਂਤੀ ਸੰਵਿਧਾਨ ਲਈ ਬਣਾਈ ਰੱਖਣ ਲਈ ਸਹਾਇਤਾ ਕਰਦਾ ਹੈ। ਦੂਜਾ ਪੁਆਇੰਟ ਹੈ, ਇਸ ਦੇ ਬਿਨਾਂ ਕੋਈ ਵੀ ਸੰਸਥਾ ਸੁਚਾਰੂ ਰੂਪ ਨਾਲ ਨਹੀਂ ਚੱਲ ਸਕਦੀ। ਹਾਂਜੀ, ਤੀਜਾ, ਸਕੂਲ ਦੇ ਵੀ ਆਪਣੇ ਕਾਨੂੰਨ ਹੁੰਦੇ ਹਨ। ਦੂਜਾ ਕੁਐਸਚਨ, ਸੰਵਿਧਾਨ ਨੇ ਕਿਹੜੇ ਅਨੁਛੇਦ ਰਾਹੀਂ ਛੂਤ-ਛਾਤ ਤੋਂ ਛੁਟਕਾਰਾ ਮਿਲਿਆ ਹੈ? ਇਹ ਵੀ ਦੇਣੇ ਆ ਕੁਐਸਚਨ ਕਰੋ। ਹਾਂਜੀ, ਇਹ ਅਨੁਛੇਦ 17 ਵਿੱਚ। ਹਾਂਜੀ ਦੋਸਤੋ, 11ਵਾਂ ਕੁਐਸਚਨ, ਹੇਠਾਂ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ। ਭਾਰਤ ਦਾ ਸੰਵਿਧਾਨ ਕਿਵੇਂ ਤਿਆਰ ਕੀਤਾ ਗਿਆ? ਜਾਂ ਜਾਤੀਵਾਦ ਦਾ ਭਾਰਤੀ ਲੋਕ 'ਤੇ ਕੀ ਅਸਰ ਪਿਆ? ਹਾਂਜੀ, ਜਾਤੀਵਾਦ ਅਨੁਸਾਰ ਭਾਰਤ ਵਿੱਚ 3000 ਤੋਂ ਵੀ ਜ਼ਿਆਦਾ ਜਾਤੀਆਂ ਦੇ ਲੋਕ ਰਹਿੰਦੇ ਹਨ। ਇਹਨਾਂ ਵਿੱਚ ਜਾਤੀ ਦੇ ਨਾਂ ਉੱਚਾ ਨੀਵਾਂ ਪਾਇਆ ਜਾਂਦਾ ਹੈ। ਇਸ ਨੂੰ ਜਾਤੀਵਾਦ ਕਹਿੰਦੇ ਹਨ। ਇਹ ਅਸਮਾਨਤਾ ਦੇ ਕਾਰਨ ਕੁਝ ਜਾਤੀਆਂ ਦੇ ਲੋਕਾਂ ਨੂੰ ਸਾਰਵਜਨਿਕ ਖੂਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਹਨਾਂ ਨੂੰ ਮੰਦਰਾਂ ਅਤੇ ਹੋਰ ਸਾਰਵਜਨਿਕ ਸਾਧਨਾਂ 'ਤੇ ਵੀ ਜਾਣ ਤੋਂ ਰੋਕਿਆ ਜਾਂਦਾ ਹੈ। ਜਾਤੀ ਦੇ ਨਾਮ ਉੱਤੇ ਰਾਜਨੀਤੀ ਹੁੰਦੀ ਹੈ ਅਤੇ ਵੱਖ-ਵੱਖ ਰਾਜਨੀਤਿਕ ਦਲ ਜਾਤੀ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਦੇ ਭਾਖੜੇ ਹੁੰਦੇ ਹਨ। ਇਹਦਾ ਪਹਿਲਾ ਪੁਆਇੰਟ ਹੈ, ਰਾਜਨੀਤਿਕ ਦਲਾਂ ਦਾ ਨਿਰਮਾਣ ਜਾਤੀ ਦੇ ਆਧਾਰ 'ਤੇ ਹੋ ਰਿਹਾ ਹੈ। ਦੂਜਾ, ਚੋਣਾਂ ਦੇ ਸਮੇਤ ਜਾਤ ਦੇ ਨਾਮ ਉੱਤੇ ਵੋਟ ਮੰਗ ਜਾਂਦੇ ਹਨ। ਤੀਜਾ, ਅਨੁਸੂਚਿਤ ਜਾਤੀਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਦੀ ਵਿਸ਼ੇਸ਼ਤਾ ਨੂੰ ਸਮਾਜ ਦਾ ਜਾਤੀਕਰਨ ਕਿਹਾ ਜਾਂਦਾ ਹੈ। ਚੌਥਾ ਹੈ, ਜਾਤੀ ਦੇ ਕਾਰਨ ਛੂਤ-ਛਾਤ ਵਰਗੀ ਪ੍ਰਾਰਥਨਾ ਉੱਤੇ ਮਿਲਦਾ ਹੈ। ਪੰਜਵਾਂ, ਕਈ ਵਾਰ ਜਾਤੀ ਸੰਗਠਨ ਅਤੇ ਹਿੰਸਾ ਦਾ ਕਾਰਨ ਵੀ ਬਣ ਜਾਂਦੀ ਹੈ। ਛੇਵਾਂ, ਜਾਤੀ ਦੇ ਆਧਾਰ ਦੁਆਰਾ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਜੋ ਲੋਕਤੰਤਰ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ। ਹਾਂਜੀ ਦੋਸਤੋ, ਅਗਲਾ ਕੁਐਸਚਨ ਹੈ, ਅਧਿਕਾਰ ਤੇ ਕਰਤੱਵ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ, ਕਿਵੇਂ? ਜਾਂ ਫੌਜਦਾਰੀ ਮਾਮਲੇ ਕੀ ਹਨ? ਦੀਵਾਨਿਕ ਤੇ ਫੌਜਦਾਰੀ ਮਾਮਲਿਆਂ ਵਿੱਚ ਕੀ ਅੰਤਰ ਹੈ? ਇਹ ਵੀ ਦੇਣੇ। ਹਾਂਜੀ ਦੋਸਤੋ, ਅਧਿਕਾਰ ਅਤੇ ਕਰਤੱਵ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ, ਇੱਕ ਦੂਜੇ ਦੇ ਪੂਰਕ ਹਨ। ਅਧਿਕਾਰ ਤੋਂ ਬਿਨਾਂ ਕਰਤੱਵ ਅਤੇ ਕਰਤੱਵ ਤੋਂ ਬਿਨਾਂ ਅਧਿਕਾਰ ਦਾ ਕੋਈ ਅਰਥ ਨਹੀਂ ਰਿਹਾ ਜਾ ਸਕਦਾ। ਇਸ ਲਈ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ, ਇੱਕ ਨਾਗਰਿਕ ਦੇ ਅਧਿਕਾਰ ਇੱਕ ਦੂਜੇ ਦੇ ਕਰਤੱਵ ਹਨ। ਜੇਕਰ ਅਸੀਂ ਕੇਵਲ ਆਪਣੇ ਅਧਿਕਾਰਾਂ ਦਾ ਹੀ ਉਪਯੋਗ ਕਰਦੇ ਹਾਂ ਅਤੇ ਆਪਣੇ ਕਰਤੱਵ ਨਹੀਂ ਨਿਭਾਉਂਦੇ, ਤਾਂ ਇਸ ਦਾ ਅਰਥ ਹੋਵੇਗਾ ਕਿ ਅਸੀਂ ਕੇਵਲ ਦੂਜੇ ਨਾਗਰਿਕਾਂ ਨੂੰ ਅਧਿਕਾਰ ਦਾ ਉਲੰਘਣਾ ਕਰਕੇ ਰਹੇ ਹਾਂ। ਉਦਾਹਰਨ ਵਜੋਂ, ਨਾਗਰਿਕ ਨੂੰ ਆਪਣੇ ਜੀਵਨ ਦੀ ਰਹਿਣ ਦਾ ਅਧਿਕਾਰ ਪ੍ਰਾਪਤ ਹੈ। ਇਸ ਲਈ ਸਾਡਾ ਇਹ ਵੀ ਕਰਤੱਵ ਹੈ ਕਿ ਅਸੀਂ ਦੂਸਰੇ ਨਾਗਰਿਕਾਂ ਦੇ ਜੀਵਨ ਦੀ
ਰੱਖਿਆ ਦੇ ਵਿਰੋਧ ਕੰਮ ਨਾ ਕਰੀਏ। ਇਸ ਤਰ੍ਹਾਂ ਸਪਸ਼ਟ ਹੈ ਕਿ ਅਤੇ ਕਰਤੱਵਾਂ ਵਿੱਚ ਡੂੰਘੇ ਸੰਬੰਧ ਹੈ। ਹਾਂਜੀ ਦੋਸਤੋ, ਇਹ ਤੁਹਾਨੂੰ ਸਾਰਾ ਫੁੱਲ ਸੋਲਵਡ ਕਰਾ ਦਿੱਤਾ ਹੈ ਔਰ 8ਵੀਂ ਦਾ ਪੇਪਰ ਸੀ ਇਹ ਹੀ ਆਏਗਾ। ਜੋ ਹੋਰ ਕਿਸੇ ਨੂੰ ਵੀਡੀਓ ਚਾਹੀਦੀ ਹੋਵੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਔਰ ਅਗਲੀ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ।